हाँ जी बेटा, ਆਪਾਂ ਕਰਦੇ ਪਏ ਸੀ ਕਿ ਮਸਕੂਲਰ ਸਿਸਟਮ ਦਾ ਲੌਂਗ ਟਰਮ ਇਫੈਕਟ ਕਰਦੇ ਪਏ ਹਾਂ। ਪੇਜ ਨੰਬਰ 235 ਦੇ ਉੱਤੇ 9th ਪੁਆਇੰਟ ਹੈਗਾ ਜੀ, ਇਨਕਰੀਜ਼ ਇਨ ਮਸਕੂਲਰ ਇੰਡਿਓਰੈਂਸ। ਕਹਿੰਦੇ ਜੀ ਰੈਗੂਲਰ ਐਕਸਰਸਾਈਜ਼ ਕਰਨ ਨਾਲ ਇੱਕ ਵਿਅਕਤੀ ਦੇ ਮਸਲ ਇੰਡਿਓਰੈਂਸ ਇਨਕਰੀਜ਼ ਹੁੰਦਾ ਹੈ। ਇਸ ਦਾ ਭਾਵ ਸਟੈਮਿਨਾ ਵਿੱਚ ਵਾਧਾ ਅਤੇ ਫਟੀਕ ਘੱਟ ਅਤੇ ਬੈਟਰ ਐਬਿਲਿਟੀ ਪਰਫੋਰਮ ਕਰਨ ਲਈ ਆਉਂਦੀ ਹੈ। ਮਤਲਬ ਕਿ ਇਹਦੇ ਨਾਲ ਕੀ ਹੁੰਦਾ, ਸਟੈਮਿਨਾ ਵੱਧ ਜਾਂਦਾ ਵਾ, ਫਟੀਕ ਘੱਟ ਜਾਂਦੀ ਆ ਅਤੇ ਵਧੀਆ ਪਰਫੋਰਮ ਕਰਦੇ ਆ, ਵਿਅਕਤੀ ਦੀ ਐਬਿਲਿਟੀ ਵੱਧ ਜਾਂਦੀ ਆ। ਸੈਕਿੰਡ ਹੈਗਾ ਜੀ ਪ੍ਰੀਵੈਂਸ਼ਨ ਫਰੋਮ ਡਿਜ਼ੀਜ਼, ਇਹ ਕੀ ਡਿਜ਼ੀਜ਼ ਦੀ ਤੋਂ ਬਚਾਅ ਕਰਦਾ ਵਾ। ਰੈਗੂਲਰ ਐਕਸਰਸਾਈਜ਼ ਕਰਨ ਨਾਲ ਸਾਡੇ ਬਲੱਡ ਸਰਕੂਲੇਸ਼ਨ ਵਿੱਚ ਇੰਪਰੂਵਮੈਂਟ ਹੁੰਦੀ ਹੈ, ਸਾਡੀਆਂ ਮਸਲ ਸਟਰੋਂਗ ਬਣਦੀਆਂ ਹਨ ਅਤੇ ਅਸੀਂ ਫਿਟ ਰਹਿੰਦੇ ਹਾਂ। ਇਹ ਪ੍ਰੀਵੈਂਸ਼ਨ ਫਰੋਮ ਡਿਜ਼ੀਜ਼ ਦੇ ਰਿਸਕ ਨੂੰ ਰਿਡਿਊਸ ਕਰਦਾ ਹੈ। ਰੈਗੂਲਰ ਐਕਸਰਸਾਈਜ਼ ਕਰਨ ਨਾਲ ਬੇਟਾ ਆਪਾਂ ਬੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਜਿਵੇਂ ਖਾਸ ਕਰਕੇ BP ਜਾਂ ਡਾਇਬਟੀਜ਼, ਜਿਹਨੂੰ ਸ਼ੂਗਰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਬੇਟਾ ਪੁਆਇੰਟ ਨੰਬਰ 11, ਇੰਪਰੂਵ ਇਨ ਰਿਐਕਸ਼ਨ ਟਾਈਮ। ਰੈਗੂਲਰ ਐਕਸਰਸਾਈਜ਼ ਕਰਨ ਨਾਲ ਨਰਵ ਇੰਪਲਸ ਦੀ ਸਪੀਡ ਵੱਧਦੀ ਹੈ, ਜੋ ਅੰਤ ਵਿੱਚ ਰਿਐਕਸ਼ਨ ਟਾਈਮ ਵਿੱਚ ਇੰਪਰੂਵਮੈਂਟ ਕਰਦਾ ਹੈ। ਇਹ ਨਰਵ ਇੰਪਲਸ ਬਹੁਤ ਤੇਜ਼ੀ ਨਾਲ ਅੱਗੇ ਵੱਧਦੇ ਹਨ, ਮੋਟਰ ਨਰਵਸ ਦੁਆਰਾ ਨਰਵਸ ਸਿਸਟਮ ਤੋਂ ਮਸਲ ਫਾਈਬਰ ਤੱਕ। ਉਸ ਤੋਂ ਬਾਅਦ ਬੇਟਾ 12 ਪੁਆਇੰਟ ਹੈਗਾ ਜੀ, ਡਿਲੇ ਫਟੀਕ। ਮਤਲਬ ਕਿ ਫਟੀਕ ਨੂੰ ਡਿਲੇ ਕਰਦਾ ਵਾ, ਜਲਦੀ ਬੰਦਾ ਇਨਸਾਨ ਥੱਕਦਾ ਨਹੀਂ ਗਾ। ਰੈਗੂਲਰ ਐਕਸਰਸਾਈਜ਼ ਕਰਨ ਨਾਲ ਮਸਲ ਦੀ ਕਪੈਸਿਟੀ ਇਨਕਰੀਜ਼ ਹੁੰਦੀ ਹੈ ਅਤੇ ਇਸ ਲਈ ਮਸਲ ਦੁਆਰਾ ਲੈਸ ਲੈਕਟਿਕ ਐਸਿਡ ਪੈਦਾ ਹੁੰਦਾ ਹੈ। ਇਹਦੇ ਨਾਲ ਕੀ ਹੁੰਦਾ ਬੇਟਾ, ਆਪਣੀ ਜਿਹੜੀ ਮਸਲ ਦੀ ਕਪੈਸਿਟੀ ਉਹ ਇਨਕਰੀਜ਼ ਹੁੰਦੀ ਆ ਅਤੇ ਮਸਲ ਜਿਹੜਾ ਲੈਕਟਿਕ ਐਸਿਡ ਪੈਦਾ ਕਰਦਾ ਉਹ ਘੱਟ ਜਾਂਦਾ ਵਾ। ਜਦੋਂ ਮਸਲ ਵਿੱਚ ਲੈਕਟਿਕ ਐਸਿਡ ਬਣਨਾ ਘੱਟ ਜਾਂਦਾ ਹੈ ਤਾਂ ਫਟੀਕ ਵੀ ਘੱਟ ਜਾਂਦੀ ਹੈ। ਇਹ ਨਾਰਮਲੀ ਆ ਬੇਟਾ, ਜੇ ਲੈਕਟਿਕ ਐਸਿਡ ਘੱਟ ਗਿਆ ਆਪਣੀ ਬੋਡੀ ਦੇ ਵਿੱਚ ਤਾਂ ਆਪਾਂ ਨੂੰ ਫਟੀਕ ਵੀ ਜਲਦੀ ਨਹੀਂ ਆਉਂਦੀ ਗੀ, ਥਕਾਵਟ ਜਲਦੀ ਨਹੀਂ ਹੁੰਦੀ। ਇਸ ਤਰ੍ਹਾਂ ਮਸਲ ਲੰਬੇ ਸਮੇਂ ਲਈ ਅਤੇ ਮੋਰ ਐਫੀਸ਼ੀਐਂਸੀ ਨਾਲ ਕੰਮ ਕਰ ਸਕਦੀਆਂ ਹਨ। ਇਸ ਤੋਂ ਬੇਟਾ 13 ਪੁਆਇੰਟ ਹੈਗਾ, ਇਨਕਰੀਜ਼ ਇਨ ਮੋਟੋਕੌਂਡਰੀਆ। ਮੋਟੋਕੌਂਡਰੀਆ ਨੂੰ ਸੈੱਲ ਪਾਵਰ ਹਾਊਸ ਕਿਹਾ ਜਾਂਦਾ ਹੈ, ਜੋ ATP ਦੇ ਰੂਪ ਵਿੱਚ ਐਨਰਜੀ ਪ੍ਰੋਵਾਈਡ ਕਰਦਾ ਹੈ। ਇਹ ਬੇਟਾ ਇੱਕ ਤਰ੍ਹਾਂ ਦਾ ਸੈੱਲ ਹੀ ਹੈ ਜਿਹੜਾ ਪਾਵਰ ਹਾਊਸ ਆ ਸੈੱਲਸ ਦਾ, ਅਤੇ ਇਹ ਐਨਰਜੀ ਦਿੰਦਾ ਵਾ, ATP ਦੇ ਰੂਪ ਦੇ ਵਿੱਚ ਐਨਰਜੀ ਪ੍ਰੋਵਾਈਡ ਕਰਦਾ। ਜਦੋਂ ਕੋਈ ਵਿਅਕਤੀ ਰੈਗੂਲਰ ਐਕਸਰਸਾਈਜ਼ ਕਰਦਾ ਹੈ ਤਾਂ ਸਾਡੀ ਬਾਡੀ ਸਾਈਜ਼ ਐਂਡ ਮੋਟੋਕੌਂਡਰੀਆ ਦੇ ਨੰਬਰ ਦੁਆਰਾ ਵਧੀ ਐਨਰਜੀ ਦੀ ਡਿਮਾਂਡ ਅਨੁਸਾਰ ਹੁੰਦਾ ਹੈ। ਇਹ ਆਕਸੀਜਨ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਨ ਅਤੇ ਮੋਰ ਐਨਰਜੀ ਨੂੰ ਵਿੱਚ ਇਨਕਰੀਜ਼ ਕਰਦਾ ਹੈ। ਜਦੋਂ ਬੇਟਾ ਆਪਾਂ ਆਕਸੀਜਨ ਦੀ ਜਿਹੜੀ ਆਪਣੀ ਡਿਮਾਂਡ ਵੱਧ ਜਾਂਦੀ ਆ ਤਾਂ ਬਾਡੀ ਦੇ ਵਿੱਚ ਐਨਰਜੀ ਜ਼ਿਆਦਾ ਪੈਦਾ ਹੁੰਦੀ ਆ। ਆਕਸੀਜਨ ਇੱਕ ਤਰ੍ਹਾਂ ਦਾ ਫਿਊਲ ਦਾ ਕੰਮ ਕਰਦੀ ਹੈ ਇੱਥੇ। ਨੰਬਰ 14 ਬੇਟਾ ਹੈਗਾ ਜੀ, ਸਟਰੈਂਥਨ ਇਨ ਕਨੈਕਟਿਵ ਟਿਸ਼ੂ। ਰੈਗੂਲਰ ਐਕਸਰਸਾਈਜ਼ ਜੁਆਇੰਟ ਦੇ ਆਲੇ ਦੁਆਲੇ ਕਨੈਕਟਿਵ ਟਿਸ਼ੂ ਦੀ ਸਟਰੈਂਥ ਵਧਾਉਣ ਵਿੱਚ ਹੈਲਪ ਕਰਦਾ ਹੈ, ਜੋ ਟੈਂਡਨ ਐਂਡ ਲਿਗਾਮੈਂਟ ਦੀ ਸਟੇਬਿਲਿਟੀ ਨੂੰ ਇੰਪਰੂਵ ਕਰਦਾ ਹੈ ਅਤੇ ਇੰਜਰੀਜ਼ ਤੋਂ ਬਚਾਉਂਦਾ ਹੈ। ਉਸ ਤੋਂ ਬਾਅਦ ਬੇਟਾ ਜਿਹੜਾ ਨੈਕਸਟ ਪੁਆਇੰਟ ਆ ਗਿਆ ਜੀ 7.4, ਫਿਜ਼ੀਓਲੋਜੀਕਲ ਚੇਂਜਿਸ ਡਿਊ ਟੂ ਏਜਿੰਗ। ਮਤਲਬ ਕਿ ਏਜ ਦੇ ਨਾਲ ਕੀ ਫਰਕ ਪੈਂਦੇ ਨੇ, ਸਾਈਕੋਲੋਜੀਕਲ ਚੇਂਜਿਸ ਕੀ ਆਉਂਦੀਆਂ ਨੇ। ਏਜਿੰਗ ਹੌਲੀ ਹੌਲੀ ਅਤੇ ਕੰਟੀਨਿਊਸ ਇਰਵਰਸੀਬਲ ਪ੍ਰੋਸੈਸ ਹੈ, ਜਿਸ ਦਾ ਰਿਜ਼ਲਟ ਹੁੰਦਾ ਹੈ ਸਟਰਕਚਰਲ ਐਂਡ ਫੰਕਸ਼ਨਲ ਚੇਂਜਿਸ। ਮਤਲਬ ਬੇਟਾ ਆਪਾਂ ਨੂੰ ਪਤਾ ਹੀ ਹੈ, ਜਦੋਂ ਏਜਿੰਗ ਹੋ ਜਾਂਦੀ ਆ ਉਹਦੇ ਨਾਲ ਕੀ ਹੁੰਦਾ ਵਾ, ਸਟਰਕਚਰਲ ਅਤੇ ਫੰਕਸ਼ਨਲ ਚੇਂਜਿਸ ਆਉਂਦੀਆਂ ਨੇ ਬਾਡੀ ਦੇ ਵਿੱਚ ਬਹੁਤ ਸਾਰੀਆਂ। ਨੈਕਸਟ ਪੁਆਇੰਟ ਹੈਗਾ ਬੇਟਾ ਜੀ, ਨੋਰਮਲ ਏਜਿੰਗ। ਇਹ ਸਾਰੀਆਂ ਫਿਜ਼ੀਓਲੋਜੀਕਲ ਪ੍ਰੋਸੈਸ ਨੂੰ ਅਫੈਕਟ ਕਰਦੀਆਂ ਹਨ। ਜ਼ਿਆਦਾਤਰ ਔਰਗਨਸ ਫੰਕਸ਼ਨਸ ਵਿੱਚ ਚੇਂਜਿਸ ਆਮ ਤੌਰ 'ਤੇ ਉਮਰ ਦੇ 3rd ਔਰ 4th ਡੈਕੇਡ ਵਿੱਚ ਆਉਂਦੀਆਂ। ਜਿੰਨੀਆਂ ਵੀ ਚੇਂਜਿਸ ਹੁੰਦੀਆਂ ਬੇਟਾ, ਇਹ 3rd ਤੋਂ 4th ਡੈਕੇਡ, ਮਤਲਬ 30 ਤੋਂ 40 ਸਾਲ, 40 ਤੋਂ 50 ਸਾਲ ਦੀ ਜਿਹੜੀ ਏਜ ਦੇ ਵਿੱਚ ਜ਼ਿਆਦੀਆਂ ਚੇਂਜਿਸ ਆਉਂਦੀਆਂ ਨੇ ਬਾਡੀ ਦੇ ਵਿੱਚ। ਏਜ ਦੇ ਨਾਲ ਨਾਲ ਡਿਟਰੋਸ਼ਨ ਦੇ ਨਾਲ ਔਰਗਨਸ ਦੇ ਕੰਮ ਕਰਨ ਵਿੱਚ ਆਈ ਡਿਕਲੇਨ ਦੀ ਫੰਕਸ਼ਨਿੰਗ
ਪਰਸਨ ਟੂ ਪਰਸਨ ਵੱਖਰੀ ਹੁੰਦੀ ਹੈ। ਹੁਣ ਬੇਟਾ ਏਜਿੰਗ ਦੇ ਨਾਲ ਕਈਆਂ ਦੀ ਬੋਡੀ ਬਹੁਤ ਵਧੀਆ ਕੰਮ ਕਰਦੀ ਵੀ ਹੁੰਦੀ ਹੈ, ਜ਼ਿਆਦਾ ਏਜ ਹੋਣ 'ਤੇ ਵੀ ਕਈਆਂ ਦੀ ਬੋਡੀ ਛੋਟੀ ਏਜ ਦੇ ਵਿੱਚ ਵੀ ਘੱਟ ਕੰਮ ਕਰਦੀ ਹੈ, ਉਹਦੀ ਫੰਕਸ਼ਨਿੰਗ ਇੰਨੀ ਵਧੀਆ ਨਹੀਂ ਹੁੰਦੀ, ਡਿਕਲਾਈਨ ਹੋ ਜਾਂਦੀ ਆ। ਇਹ ਵੱਖਰੀ ਵੱਖਰੀ ਪਰਸਨ ਟੂ ਪਰਸਨ ਹਰੇਕ ਦੇ ਵਿੱਚ ਡਿਫਰੈਂਟ ਹੁੰਦੀ ਆ। ਹੁਣ ਆ ਗਿਆ ਬੇਟਾ ਜੀ ਇਹਦੇ ਫਿਜ਼ੀਓਲੋਜੀਕਲ ਚੇਂਜਿਸ। ਪਹਿਲਾ ਚੇਂਜ ਇਨ ਮਸਲਸ ਸਾਈਜ਼ ਐਂਡ ਸਟਰੈਂਥ। ਹੁਣ ਏਜ ਦੇ ਨਾਲ ਕੀ ਆ, ਮਸਲ ਸਾਈਜ਼ ਦੇ ਵਿੱਚ ਵੀ ਇਹ ਫਰਕ ਪੈਂਦਾ ਵਾ ਅਤੇ ਸਟਰੈਂਥ ਵਿੱਚ ਵੀ। ਹੁਣ ਇੱਕ 20 ਸਾਲ ਦਾ ਬੱਚਾ ਇੱਕ 70 ਸਾਲ ਦੇ ਬੰਦੇ ਦੇ ਬਰਾਬਰ ਉਹਦੀ ਸਟਰੈਂਥ ਨਹੀਂ ਹੋਊਗੀ ਅਤੇ ਮਸਲ ਸਾਈਜ਼ ਵੀ ਬਰਾਬਰ ਨਹੀਂ ਹੋਏਗਾ। ਉਸ ਦੋਵੇਂ ਚੀਜ਼ਾਂ ਡਿਕਰੀਜ਼ ਹੋ ਜਾਂਦੀਆਂ ਨੇ। ਏਜ ਵਧਣ ਨਾਲ ਬਾਡੀ 'ਤੇ ਇਸ ਦਾ ਅਸਰ ਪੈਂਦਾ ਹੈ ਅਤੇ ਮਸਲ ਇਸ ਦਾ ਐਕਸੈਪਸ਼ਨ ਨਹੀਂ ਹਨ। ਮਸਲ ਮਾਸ 30 ਸਾਲ ਦੀ ਉਮਰ ਤੋਂ ਬਾਅਦ ਅਮਾਊਂਟ ਵਿੱਚ ਘਟਣਾ ਸ਼ੁਰੂ ਹੁੰਦਾ ਹੈ। 30 ਸਾਲ ਦੀ ਉਮਰ ਤੋਂ ਬਾਅਦ ਮਸਲ ਮਾਸ ਘਟਣਾ ਸਟਾਰਟ ਹੋ ਜਾਂਦਾ ਹੈ। ਇਹ ਹਰੇਕ 'ਤੇ ਲਾਗੂ ਨਹੀਂ ਹੁੰਦਾ, ਠੀਕ ਹੈ ਬੇਟਾ। ਇਸ ਦੇ ਨਾਲ ਹੀ ਮਸਲ ਸਟਰੈਂਥ ਵਿੱਚ ਵੀ ਕਮੀ ਆਉਂਦੀ ਹੈ। ਉਮਰ ਦੇ ਨਾਲ ਮਸਲ ਸ਼ਰਿੰਕੀ ਅਤੇ ਲੂਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਬੇਟਾ, ਬਿਲਕੁਲ ਸਹੀ ਗੱਲ ਹੈ। ਮਸਲ ਸਟਰੈਂਥ ਵਿੱਚ ਕਮੀ ਆਉਣੀ ਸਟਾਰਟ ਹੋ ਜਾਂਦੀ ਹੈ 30 ਸਾਲ ਤੋਂ ਬਾਅਦ, ਅਤੇ ਜਿਹੜੇ ਆਪਣੇ ਮਸਲ ਉਹ ਸ਼ਰਿੰਕ ਹੋ ਜਾਂਦੇ ਆ ਅਤੇ ਲੂਜ਼ ਹੋਣੇ ਸਟਾਰਟ ਹੋ ਜਾਂਦੇ ਆ। ਲੂਜ਼ ਸਮ ਕ੍ਰੋਸ ਸੈਕਸ਼ਨ ਏਰੀਆ ਵੀ ਹੋ ਜਾਂਦਾ ਹੈ। ਮਸਲ ਫਾਈਬਰ ਦੀ ਨੰਬਰ ਡਿਕਰੀਜ਼ ਹੋ ਜਾਂਦਾ ਹੈ ਅਤੇ ਸਾਈਜ਼ ਵਿੱਚ ਸਮਾਲ ਹੋ ਜਾਂਦਾ ਹੈ। ਮਤਲਬ ਕਿ ਜਿਹੜਾ ਬੇਟਾ ਨੰਬਰ ਮਸਲ ਫਾਈਬਰ ਦੇ ਜਿਹੜੇ ਨੰਬਰ ਆ ਉਹ ਡਿਕਰੀਜ਼ ਹੋ ਜਾਂਦਾ। ਜੇ ਡਿਕਰੀਜ਼ ਹੋਊਗਾ ਉਹਦੇ ਨਾਲ ਕੀ ਹੁੰਦਾ ਵਾ, ਮਸਲ ਸਾਈਜ਼ ਛੋਟੇ ਹੋ ਜਾਂਦੇ ਨੇ। ਇਹਦਾ ਬੇਟਾ ਸੈਕਿੰਡ ਪੁਆਇੰਟ ਹੁਣ ਆ ਗਿਆ ਜੀ, ਚੇਂਜਿਸ ਇਨ ਮੈਟਾਬੋਲਿਜ਼ਮ ਐਂਡ ਬਾਡੀ ਕੰਪੋਜੀਸ਼ਨ। ਸਮੇਂ ਦੇ ਨਾਲ ਨਾਲ ਬਾਡੀ ਨੂੰ ਘੱਟ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਇਹ ਗੱਲ ਬਿਲਕੁਲ ਸਹੀ ਆ। ਜਦੋਂ ਇੱਕ 15 ਸਾਲ ਦੇ ਬੱਚੇ ਨੂੰ ਜ਼ਿਆਦਾ ਐਨਰਜੀ ਦੀ ਜ਼ਰੂਰਤ ਹੁੰਦੀ ਆ, ਉਹਦੇ ਮੁਕਾਬਲੇ ਇੱਕ 60 ਸਾਲ ਦੇ ਬੰਦੇ ਨੂੰ ਘੱਟ ਐਨਰਜੀ ਦੀ ਜ਼ਰੂਰਤ ਹੁੰਦੀ ਹੈ ਅਤੇ ਮੈਟਾਬੋਲਿਜ਼ਮ ਵੀ ਸਲੋ ਹੋ ਜਾਂਦਾ ਹੈ। ਉਮਰ ਵਧਣ ਵਾਲੀ ਬਾਡੀ ਵਿੱਚ ਹਾਰਮੋਨਸ ਚੇਂਜਿਸ ਆਉਂਦੀਆਂ ਹਨ। ਜਦੋਂ ਏਜ ਵੱਧਦੀ ਆ ਹਾਰਮੋਨ ਚੇਂਜਿਸ ਵੀ ਆਉਂਦੀਆਂ ਨੇ ਬੇਟਾ ਉਹਦੇ ਵਿੱਚ। ਇਸ ਦੇ ਰਿਜ਼ਲਟ ਵਜੋਂ ਬਾਡੀ ਵਿੱਚ ਜ਼ਿਆਦਾ ਫੈਟ ਅਤੇ ਮਸਲ ਮਾਸ ਘੱਟ ਜਾਂਦਾ ਹੈ। 75 ਈਅਰ ਏਜ ਤੱਕ ਬਾਡੀ ਦੀ ਫੈਟ ਪਰਸੈਂਟੇਜ ਆਮ ਤੌਰ ਉਸ ਦੇ ਮੁਕਾਬਲੇ ਡਬਲ ਹੋ ਜਾਂਦੀ ਹੈ। ਇਹ ਅਡਲਟਹੁੱਡ ਦੇ ਜੋ ਸਮੇਂ ਵਿੱਚ ਸੀ। ਉਸ ਤੋਂ ਬਾਅਦ ਬੇਟਾ ਥਰਡ ਪੁਆਇੰਟ ਆ ਗਿਆ ਜੀ, ਚੇਂਜਿਸ ਇਨ ਬੋਨ ਡੈਂਸਿਟੀ। ਬੋਨ ਟੈਂਡ ਉਮਰ ਵਧਣ ਦੇ ਨਾਲ ਡੈਂਸ ਘੱਟ ਹੋ ਜਾਂਦੀ ਹੈ। ਵੂਮਨਸ ਵਿੱਚ ਮੈਨੋਪੌਜ਼ ਤੋਂ ਬਾਅਦ ਬੋਨ ਡੈਂਸਿਟੀ ਵਿੱਚ ਕਮੀ ਆਉਂਦੀ ਹੈ। ਬੋਨਸ ਡੈਂਸ ਤੌਰ 'ਤੇ ਘੱਟ ਸੰਘਣੀਆਂ ਹੋ ਜਾਂਦੀਆਂ ਹਨ ਕਿਉਂਕਿ ਉਹਨਾਂ ਵਿੱਚ ਘੱਟ ਕੈਲਸ਼ੀਅਮ ਹੁੰਦਾ ਹੈ। ਹੁਣ ਬੋਨ ਡੈਂਸਿਟੀ ਬੇਟਾ ਘੱਟ ਹੀ ਹੋ ਜਾਣੀ ਹੈ ਜਦੋਂ ਆਪਣੀ ਬਾਡੀ ਵਿੱਚ ਕੈਲਸ਼ੀਅਮ ਦੀ ਕਮੀ ਹੋ ਗਈ। ਬਾਡੀ ਨੂੰ ਜਿੰਨਾ ਕੈਲਸ਼ੀਅਮ ਚਾਹੀਦਾ ਵਾ ਓਨਾ ਉਹ ਨਹੀਂ ਬਣਾ ਰਹੀ ਜਾਂ ਓਨਾ ਉਹ ਫੂਡ ਤੋਂ ਨਹੀਂ ਲੈ ਰਹੀ। ਇਹਦੇ ਨਾਲ ਕੀ ਹੁੰਦਾ ਵਾ, ਆਪਣੀਆਂ ਬੋਨਸ ਦੇ ਵਿੱਚ ਮਤਲਬ ਕਿ ਆਪਣੀਆਂ ਵੀਕ ਹੋ ਜਾਂਦੀਆਂ ਨੇ। ਤੁਸੀਂ ਸੁਣਿਆ ਹੋਣਾ ਆਮ ਤੌਰ 'ਤੇ ਵੀ 30 ਸਾਲ ਤੋਂ ਬਾਅਦ ਬੋਨ ਡੈਂਸਿਟੀ ਆਉਣੀ ਸਟਾਰਟ ਹੋ ਜਾਂਦੀ ਹੈ, ਜੋ ਬੋਨਸ ਨੂੰ ਸਟਰੈਂਥ ਦਿੰਦਾ ਹੈ। ਕੈਲਸ਼ੀਅਮ ਦੀ ਅਮਾਊਂਟ ਘੱਟ ਜਾਂਦੀ ਹੈ ਕਿਉਂਕਿ ਬਾਡੀ ਫੂਡ ਤੋਂ ਘੱਟ ਕੈਲਸ਼ੀਅਮ ਅਬਜ਼ੋਰਬ ਕਰਦੀ ਹੈ। ਜਿੰਨਾ ਬਾਡੀ ਨੂੰ ਕੈਲਸ਼ੀਅਮ ਚਾਹੀਦਾ ਹੁੰਦਾ ਉਹਨਾਂ ਉਹ ਫੂਡ ਤੋਂ ਲੈ ਨਹੀਂ ਸਕਦੀ, ਪੂਰਾ ਬਾਡੀ 'ਤੇ ਲੱਗਦਾ ਨਹੀਂ। ਨਾਲ ਹੀ ਵਿਟਾਮਿਨ ਡੀ ਦਾ ਲੈਵਲ ਜੋ ਬਾਡੀ ਨੂੰ ਕੈਲਸ਼ੀਅਮ ਦੀ ਵਰਤੋਂ ਵਿੱਚ ਹੈਲਪ ਕਰਦਾ ਹੈ। ਹੁਣ ਜਿਹੜਾ ਕੈਲਸ਼ੀਅਮ ਆ ਆਪਣੀ ਬਾਡੀ ਦੇ ਵਿੱਚ ਲੱਗਣਾ ਵਾ ਉਹ ਵਿਟਾਮਿਨ ਡੀ ਦੇ ਨਾਲ ਮਿਲ ਕੇ ਉਹਦੀ ਹੈਲਪ ਨਾਲ ਹੀ ਆਪਣੀ ਬਾਡੀ 'ਤੇ ਲੱਗਦਾ ਵਾ। ਇਹ ਥੋੜ੍ਹਾ ਜਿਹਾ ਘੱਟ ਜਾਂਦਾ ਹੈ। ਕੁਝ ਬੋਨਸ ਹੋਰਾਂ ਨਾਲੋਂ ਵੀਕ ਹੋ ਜਾਂਦੀਆਂ ਹਨ। ਇਸ ਤਰ੍ਹਾਂ ਬੋਨਸ ਲੈਸ ਡੈਂਸ ਅਤੇ ਵੀਕ ਹੋ ਜਾਂਦੀਆਂ ਹਨ।